Dear students, today we are going to start the second unit, that is kinematics. ਇਸ ਯੂਨਿਟ ਦੇ ਅੰਡਰ ਜਿਹੜਾ ਹੈ ਅਸੀਂ ਜਿਹੜਾ ਪਹਿਲਾ ਚੈਪਟਰ ਜਿਹੜਾ ਅਸੀਂ ਡਿਸਕਸ ਕਰਾਂਗੇ, ਮੋਸ਼ਨ ਇਨ ਅ ਸਟ੍ਰੇਟ ਲਾਈਨ। ਇਹ ਸਾਡਾ ਜਿਹੜਾ ਹੈ ਨੈਕਸਟ ਯੂਨਿਟ ਦਾ ਫਸਟ ਪਾਰਟ ਹੈ, ਮੋਸ਼ਨ ਇਨ ਅ ਸਟ੍ਰੇਟ ਲਾਈਨ। ਆਓ ਇਸ ਨੂੰ ਅੱਜ ਜਿਹੜਾ ਹੈ ਬੜੇ ਹੀ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਸਭ ਨਾਲੋਂ ਪਹਿਲਾਂ ਦੇਖੋ ਇੱਕ ਵਰਡ ਆਇਆ ਸਾਡੇ ਕੋਲ, ਮੋਸ਼ਨ। ਜਿਹੜੀ ਮੋਸ਼ਨ ਹੈ ਪੰਜਾਬੀ ਚ ਇਸ ਨੂੰ ਅਸੀਂ ਗਤੀ ਬੋਲਦੇ ਹਾਂ। ਮੋਸ਼ਨ ਇਜ਼ ਦਾ ਇੰਟੈਗਰਲ ਪਾਰਟ ਆਫ ਆਵਰ ਲਾਈਫ। ਸਾਡੀ ਲਾਈਫ ਦਾ ਇੱਕ ਅਹਿਮ ਜਿਹੜਾ ਹਿੱਸਾ ਹੈ ਮੋਸ਼ਨ। ਤੁਸੀਂ ਦੇਖਿਆ ਆਪਣੇ ਆਲੇ ਦੁਆਲੇ ਡੇਲੀ ਲਾਈਫ 'ਚ ਜਿੱਥੇ ਵੀ ਮਰਜ਼ੀ ਜਾਓ ਤੁਹਾਨੂੰ ਬਾਡੀਜ਼ ਜਿਹੜੀਆਂ ਨੇ ਮੋਸ਼ਨ ਵਿੱਚ ਨਜ਼ਰ ਆਉਣਗੀਆਂ। ਅਸੀਂ ਆਪ ਵੀ ਕੋਈ ਕੰਮ ਕਰਨ ਵਾਸਤੇ ਹੇਅਰ ਐਂਡ ਦੇਅਰ ਜਿਹੜਾ ਹੈ ਮੂਵ ਕਰਦੇ ਹਾਂ। ਸਾਡੇ ਆਲੇ ਦੁਆਲੇ ਕਈ ਵਹੀਕਲਸ ਨੇ, ਕਾਰ, ਸਕੂਟਰ, ਬੱਸਿਸ ਵਗੈਰਾ ਜਿਹੜੀਆਂ ਦੇਖੋ ਉਹ ਡੇਲੀ ਮੂਵ ਕਰਦੀਆਂ। ਆਲ ਥੀਸ ਵਹੀਕਲਸ ਆਰ ਇਨ ਮੋਸ਼ਨ। ਇਸ ਤੋਂ ਇਲਾਵਾ ਅਸੀਂ ਜੇ ਗੱਲ ਕਰੀਏ ਵਿੰਡ ਦੀ, ਬਲੋਇੰਗ ਵਿੰਡ, ਇਟ ਇਜ਼ ਆਲਸੋ ਐਨ ਐਗਜ਼ਾਮਪਲ ਆਫ ਮੋਸ਼ਨ। ਐਂਡ ਇਨਸੈਕਟ ਕ੍ਰਾਲਿੰਗ ਔਨ ਦਾ ਸਰਫੇਸ ਆਫ ਅਰਥ, ਕੋਈ ਕੀੜਾ ਹੈ ਜਿਹੜਾ ਫਲੋਰ ਦੇ ਉੱਪਰ ਤੁਰਦਾ ਪਿਆ ਹੈ, ਕੋਈ ਬਰਡ ਜਿਹੜਾ ਹੈ ਕੋਈ ਫਲਾਈ ਕਰਦਾ ਪਿਆ ਹੈ, ਕੋਈ ਲੀਵਸ ਜਿਹੜੇ ਨੇ ਪੇੜ ਤੋਂ ਟੁੱਟ ਕੇ ਥੱਲੇ ਡਿੱਗਦੇ ਪਏ ਨੇ, ਜਾਂ ਸਮੁੰਦਰ ਦੇ ਵਿੱਚ ਜਿਹੜਾ ਓਸ਼ੀਅਨ ਦੇ ਵਿੱਚ ਜਿਹੜੀਆਂ ਵੇਵਸ ਜਿਹੜੀਆਂ ਚੱਲਦੀਆਂ ਪਈਆਂ ਨੇ। all these are the examples of motion। ਜੇਕਰ ਅਸੀਂ ਗੱਲ ਕਰਦੇ ਹਾਂ ਪਲੈਨਟ ਦੀ, ਪਲੈਨਟ ਵੀ ਸਾਡੇ ਜਿਹੜੇ ਨੇ ਉਹ ਮੋਸ਼ਨ ਚ ਨੇ। ਪਲੈਨਟਸ ਆਰ ਮੂਵਿੰਗ ਅਰਾਊਂਡ ਦਾ ਸਨ। ਜਿੰਨੇ ਵੀ ਪਲੈਨਟ ਨੇ ਸਾਡੇ 8, ਉਹ ਸਾਰੇ ਸਨ ਦੇ ਅਰਾਊਂਡ ਮੂਵ ਕਰ ਰਹੇ ਨੇ। ਇਸ ਤੋਂ ਇਲਾਵਾ ਜੇ ਅਰਥ ਦੀ ਆਪਣੀ ਮੋਸ਼ਨ ਦੀ ਗੱਲ ਕਰੀਏ, ਅਰਥ ਜਿਹੜੀ ਹੈ ਆਪਣੀ ਐਕਸਿਸ ਆਫ ਰੋਟੇਸ਼ਨ ਦੇ ਦੁਆਲੇ ਵੀ ਰੋਟੇਟ ਕਰ ਰਹੀ ਹੈ ਤੇ 24 ਆਵਰਸ ਦੇ ਵਿੱਚ ਉਹ ਇੱਕ ਚੱਕਰ ਜਿਹੜਾ ਹੈ ਪੂਰਾ ਕਰਦੀ ਹੈ। ਨਾਓ ਮੋਸ਼ਨ ਜਿਹੜੀ ਹੈ ਜਿੱਥੇ ਦੇਖੋਗੇ ਤੁਹਾਨੂੰ ਜਿਹੜੀ ਹੈ ਮੋਸ਼ਨ ਨਜ਼ਰ ਆਏਗੀ। ਇੱਕ ਸਾਇੰਟਿਸਟ ਹੋਇਆ ਗੈਲੀਲੀਓ। ਗੈਲੀਲੀਓ ਨੇ ਕਿਹਾ, ਇਗਨੋਰੈਂਸ ਆਫ ਮੋਸ਼ਨ ਮੀਨਸ ਇਗਨੋਰੈਂਸ ਆਫ ਦਾ ਨੇਚਰ। ਜੇ ਤੁਸੀਂ ਮੋਸ਼ਨ ਨੂੰ ਇਗਨੋਰ ਕਰੋਗੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਨੇਚਰ ਨੂੰ ਜਿਹੜਾ ਹੈ ਇਗਨੋਰ ਕਰਦੇ ਪਏ ਜੇ। ਜਿਹੜੀ ਮੋਸ਼ਨ ਹੈ, ਪਹਿਲਾਂ ਤੇ ਮੈਂ ਦੱਸਿਆ ਜਿਹੜੀਆਂ ਚੀਜ਼ਾਂ ਸਾਨੂੰ ਆਲੇ ਦੁਆਲੇ ਨਜ਼ਰ ਆਉਂਦੀਆਂ ਵੀ ਦੇਖ ਕੇ ਕਹਿ ਸਕਦੇ ਹਾਂ ਕਿ ਆਹ ਬਾਡੀ ਜਿਹੜੀ ਸਾਡੀ ਹੈਗੀ ਆ ਮੋਸ਼ਨ 'ਚ ਹੈਗੀ ਆ। ਜੇਕਰ ਅਸੀਂ ਮਾਈਕਰੋਸਕੋਪਿਕ ਲੈਵਲ ਤੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਐਟਮ ਦੀ ਗੱਲ ਕਰੀਏ, ਐਟਮ ਦੇ ਅੰਦਰ ਜਿਹੜਾ ਹੈ ਅਸੀਂ ਸਟੱਡੀ ਕੀਤਾ ਕਿ ਇਲੈਕਟ੍ਰੋਨਸ ਨੇ, ਪ੍ਰੋਟੋਨ ਹੁੰਦੇ ਨੇ। ਇਲੈਕਟ੍ਰੋਨ ਵੀ ਜਿਹੜੇ ਨੇ ਨਿਊਕਲੀਅਸ ਦੇ ਅਰਾਊਂਡ ਸ਼ੈਲ ਦੇ ਵਿੱਚ ਜਿਹੜੇ ਨੇ ਲਗਾਤਾਰ ਜਿਹੜੇ ਨੇ ਉਹ ਮੂਵ ਕਰ ਰਹੇ ਨੇ। ਭਾਵੇਂ ਸਾਨੂੰ ਨਜ਼ਰ ਨਹੀਂ ਆ ਰਹੇ, ਬਟ ਮਾਈਕਰੋਸਕੋਪਿਕ ਲੈਵਲ ਦੇ ਉੱਤੇ ਵੀ ਜਿਹੜੀ ਮੋਸ਼ਨ ਜਿਹੜੀ ਹੈ ਉਹ ਚੱਲਦੀ ਪਈ ਹੈ। ਜੇ ਅਸੀਂ ਇੱਕ ਗਲਾਸ ਆਫ ਵਾਟਰ ਲੈ ਲੈਂਦੇ ਹਾਂ ਤੇ ਅਸੀਂ ਉਹਨੂੰ ਪਾਣੀ ਨਾਲ ਭਰ ਲਿਆ ਗਲਾਸ ਤੇ ਅਸੀਂ ਉਹਨੂੰ ਟੇਬਲ ਤੇ ਰੱਖਤਾ। ਸਾਡੇ ਅਕੋਰਡਿੰਗ ਤੇ ਵਾਟਰ ਜਿਹੜਾ ਰੈਸਟ ਹੈ, ਬਟ ਜਿਹੜਾ ਵਾਟਰ ਹੈ ਉਹਦੇ ਜਿਹੜੇ ਮਾਲੀਕਿਊਲਸ ਨੇ ਦੇ ਆਰ ਇਨ ਰੈਂਡਮਲੀ ਕੰਟੀਨਿਊਅਸ ਮੋਸ਼ਨ। ਉਹ ਲਗਾਤਾਰ ਜਿਹੜੇ ਨੇ ਉਹ ਮੂਵ ਕਰੀ ਜਾ ਰਹੇ ਨੇ। ਕਹਿਣ ਦਾ ਮਤਲਬ ਹੈ ਕਿ ਮੋਸ਼ਨ ਜਿਹੜੀ ਹੈ ਸਾਡੀ ਲਾਈਫ ਦਾ ਇੱਕ ਇੰਟੈਗਰਲ ਪਾਰਟ ਹੈ। ਇਸ ਨੂੰ ਅਸੀਂ ਨਹੀਂ ਛੱਡ ਸਕਦੇ। ਨਾਓ ਇੱਕ ਟਰਮ ਆਏਗੀ ਸਾਡੇ ਕੋਲ, ਮਕੈਨਿਕਸ। ਮਕੈਨਿਕਸ ਜਿਹੜੀ ਹੈ ਇੱਕ ਬ੍ਰਾਂਚ ਹੈ ਫਿਜ਼ਿਕਸ ਦੀ ਜਿਹਦੇ ਵਿੱਚ ਅਸੀਂ ਸਟੱਡੀ ਆਫ ਮੋਸ਼ਨ ਆਫ ਦੀ ਬਾਡੀ ਬਾਰੇ ਜਿਹੜਾ ਆਪਾਂ ਸਟੱਡੀ ਕਰਦੇ ਹਾਂ। ਇਸ ਬ੍ਰਾਂਚ ਦੇ ਅੰਡਰ ਅਸੀਂ ਜਿਹੜੀ ਹੈ ਬਾਡੀ ਦੀ ਮੋਸ਼ਨ ਨੂੰ ਸਟੱਡੀ ਕਰਾਂਗੇ। ਦੈਟ ਬ੍ਰਾਂਚ ਇਜ਼ ਕਾਲਡ ਮਕੈਨਿਕਸ। ਨਾਓ ਜਿਹੜੀ ਇਸ ਬ੍ਰਾਂਚ ਨੂੰ ਅਸੀਂ ਕੀ ਕੀਤਾ,
ਫਰਦਰ ਅਸੀਂ ਦੋ ਪਾਰਟਸ ਵਿੱਚ ਅਸੀਂ ਡਿਵਾਈਡ ਕਰ ਦਿੱਤਾ। ਇੱਕ ਦਾ ਨਾਮ ਹੈ ਸਾਡੇ ਕੋਲ ਸਟੈਟਿਕਸ ਤੇ ਦੂਸਰੇ ਦਾ ਜਿਹੜਾ ਨਾਮ ਹੈ ਸਾਡੇ ਕੋਲ ਡਾਇਨੈਮਿਕਸ। ਇਹ ਬ੍ਰਾਂਚ ਹੈ ਜਿਹਦੇ ਵਿੱਚ ਅਸੀਂ ਸਟੱਡੀ ਕਰਨਾ ਹੈ ਜਿਹੜੀਆਂ ਆਬਜੈਕਟਸ ਮੋਸ਼ਨ ਨੇ। ਮੋਸ਼ਨ ਨੂੰ ਸਟੱਡੀ ਕਰਨ ਵਾਲੀ ਬ੍ਰਾਂਚ ਫਿਜ਼ਿਕਸ ਦੀ ਉਹ ਹੁੰਦੀ ਹੈ ਸਾਡੇ ਕੋਲ ਮਕੈਨਿਕਸ, ਐਂਡ ਮਕੈਨਿਕਸ ਇਜ਼ ਫਰਦਰ ਡਿਵਾਈਡਡ ਇਨਟੂ ਟੂ ਪਾਰਟਸ। ਇਹਨੂੰ ਅਸੀਂ ਦੋ ਪਾਰਟਸ ਵਿੱਚ ਜਿਹੜਾ ਹੈ ਡਿਵਾਈਡ ਕਰਤਾ। ਨੰਬਰ 1 ਸਾਡੇ ਕੋਲ ਆ ਗਈ ਸਟੈਟਿਕਸ। ਇਹ ਉਹ ਬ੍ਰਾਂਚ ਹੈ ਫਿਜ਼ਿਕਸ ਦੀ, ਮਕੈਨਿਕਸ ਦੀ, ਜਿਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਉਹਨਾਂ ਬਾਡੀਜ਼ ਨੂੰ ਸਟੱਡੀ ਕਰਨਾ ਹੈ ਜਿਹੜੀਆਂ ਬਾਡੀਜ਼ ਜਿਹੜੀਆਂ ਨੇ ਰੈਸਟ ਵਿੱਚ ਹੈਗੀਆਂ ਨੇ। ਇਹਦੇ ਵਿੱਚ ਸਿਰਫ ਤੇ ਸਿਰਫ ਰੈਸਟ ਦੀ ਹੀ ਸਟੱਡੀ ਹੋਏਗੀ ਸਟੈਟਿਕਸ। ਹੁਣ ਉਹ ਰੈਸਟ ਦੀ ਸਟੱਡੀ ਕੀ ਹੋ ਸਕਦੀ ਹੈ? ਮੰਨ ਲਓ ਕਿ ਇੱਕ ਬੁੱਕ ਹੈ, ਉਹ ਟੇਬਲ ਤੇ ਪਈ ਹੈ। ਹੁਣ ਤੁਸੀਂ ਸਟੱਡੀ ਕੀ ਕਰੋਗੇ? ਤੁਸੀਂ ਦੇਖੋਗੇ ਵੀ ਇਹ ਬੁੱਕ ਕਦੋਂ ਦੀ ਜਿਹੜੀ ਹੈ ਟੇਬਲ ਦੇ ਉੱਤੇ ਪਈ, ਕਿੰਨਾ ਚਿਰ ਹੋ ਗਿਆ ਇਹ ਰੈਸਟ ਵਿੱਚ ਹੈ। ਇਹ ਰੈਸਟ ਵਿੱਚ ਕਿਉਂ ਹੈ? ਕੀ ਇਹਦੇ ਉੱਪਰ ਕੋਈ ਬਾਹਰੋਂ ਫੋਰਸ ਨਹੀਂ ਲੱਗ ਰਹੀ? ਤਦੇ ਬਾਡੀ ਕੱਚ ਹੈਗੀ ਹੈ, ਤੁਹਾਡੀ ਰੈਸਟ ਵਿੱਚ ਹੈਗੀ ਹੈ। ਤੇ ਜੇ ਫੋਰਸ ਲੱਗ ਰਹੀ ਹੈ ਤਾਂ ਵੀ ਬਾਡੀ ਜਿਹੜੀ ਹੈ ਸਾਡੀ ਰੈਸਟ ਵਿੱਚ ਹੋ ਸਕਦੀ ਹੈ। ਉਹ ਕਦੋਂ ਹੋ ਸਕਦੀ ਹੈ? ਇਸ ਤਰ੍ਹਾਂ ਦੀ ਜਿਹੜੀ ਸਾਰੀ ਸਟੱਡੀ ਹੈ, ਕੰਪਲੀਟ ਸਟੱਡੀ ਆਫ ਰੈਸਟ, ਉਹ ਸਾਡੀ ਜਿਹੜੀ ਹੈ ਕਿਸ ਬ੍ਰਾਂਚ ਦੇ ਅੰਡਰ ਆਉਂਦੀ ਹੈ? ਉਸ ਬ੍ਰਾਂਚ ਦਾ ਨਾਮ ਹੈ ਸਾਡੇ ਕੋਲ ਸਟੈਟਿਕਸ। ਨਾਓ ਦੀ ਸੈਕੰਡ ਬ੍ਰਾਂਚ ਆਫ ਮਕੈਨਿਕਸ ਉਹਦੀ ਹੈਗੀ ਹੈ ਡਾਇਨੈਮਿਕਸ। ਇਹਦੇ ਵਿੱਚ ਅਸੀਂ ਜਿਹੜਾ ਹੈ ਮੋਸ਼ਨ ਨੂੰ ਸਟੱਡੀ ਕਰਨਾ ਹੈ। ਜਿਹੜੀਆਂ ਆਬਜੈਕਟਸ ਜਿਹੜੀਆਂ ਨੇ ਮੋਸ਼ਨ 'ਚ ਨੇ ਉਹਨੂੰ ਸਟੱਡੀ ਕਰਨ ਵਾਲੀ ਜਿਹੜੀ ਬ੍ਰਾਂਚ ਹੈ ਡੈਟ ਇਜ਼ ਕਾਲਡ ਡਾਇਨੈਮਿਕਸ। ਇਹਦੇ ਵਿੱਚ ਅਸੀਂ ਸਟੱਡੀ ਕਰਾਂਗੇ ਮੋਸ਼ਨ ਬਾਰੇ। ਜਿਸ ਤਰ੍ਹਾਂ ਕਿ ਇੱਕ ਸਕੂਟਰ ਹੈ, ਉਹ 15 ਮਿੰਟ ਦੇ ਵਿੱਚ ਉਹਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ, ਉਹਦਾ ਆਪਾਂ ਡਿਸਟੈਂਸ ਨਿਕਾਲਣਾ ਹੈ, ਉਹਦੀ ਆਪਾਂ ਸਪੀਡ ਨਿਕਾਲਣੀ ਹੈ, ਉਹ ਕਿੰਨੀ ਸਪੀਡ ਨਾਲ ਕੋਈ ਬਾਡੀ ਮੂਵ ਕਰ ਰਹੀ ਹੈ, ਉਹਦੀ ਵੈਲੋਸਿਟੀ, ਉਹਦੀ ਐਕਸਲਰੇਸ਼ਨ, ਉਹ ਸਾਰਾ ਕੁਝ ਅਸੀਂ ਜਿਹੜਾ ਸਟੱਡੀ ਕਰਦੇ ਹਾਂ ਉਹ ਸਾਡੀ ਬ੍ਰਾਂਚ ਹੁੰਦੀ ਡਾਇਨੈਮਿਕਸ। ਕਿ ਬਾਡੀ ਜਿਹੜੀ ਹੈ ਮੋਸ਼ਨ 'ਚ ਹੈ, ਉਹਦੀ ਮੋਸ਼ਨ ਨੂੰ ਅਸੀਂ ਜਿਹੜਾ ਹੈ ਸਟੱਡੀ ਕਰਨਾ ਹੈ। ਦੈਟ ਇਜ਼ ਦਾ ਡਾਇਨੈਮਿਕਸ। ਇਹ ਮਕੈਨਿਕਸ ਕੰਪਲੀਟ ਇਨਫੋਰਮੇਸ਼ਨ, ਭਾਵੇਂ ਰੈਸਟ ਵਾਲੀ ਭਾਵੇਂ ਮੋਸ਼ਨ ਵਾਲੀ, ਇਹਦੇ ਦੋ ਪਾਰਟਸ, ਇੱਕ ਸਟੈਟਿਕਸ ਰੈਸਟ ਨੂੰ ਸਟੱਡੀ ਕਰਾਂਗੇ, ਦੂਸਰਾ ਪਾਰਟ ਸਾਡੇ ਕੋਲ ਜਿਹੜਾ ਹੈ ਡਾਇਨੈਮਿਕਸ, ਜਿਹਦੇ ਵਿੱਚ ਅਸੀਂ ਜਿਹੜੀ ਹੈ ਮੋਸ਼ਨ ਨੂੰ ਜਿਹੜਾ ਆਪਾਂ ਸਟੱਡੀ ਕਰਦੇ ਹਾਂ। ਨਾਓ ਜਿਹੜੀ ਸਾਡੇ ਕੋਲ ਡਾਇਨੈਮਿਕਸ ਹੈ, ਇਸ ਨੂੰ ਫਰਦਰ ਅਸੀਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ। ਇੱਕ ਸਾਡੇ ਕੋਲ ਆ ਜਾਂਦਾ ਹੈ ਕਾਈਨੈਮੈਟਿਕਸ, ਦੂਸਰਾ ਸਾਡੇ ਕੋਲ ਆ ਜਾਂਦਾ ਹੈ ਡਾਇਨੈਮਿਕ ਪ੍ਰੋਪਰ। ਇੱਕ ਆ ਗਿਆ ਕਾਈਨੈਮੈਟਿਕਸ, ਦੂਸਰਾ ਸਾਡੇ ਕੋਲ ਜਿਹੜਾ ਪਾਰਟ ਆਂਦਾ ਹੈ ਉਹਦਾ ਨਾਮ ਹੈ ਸਾਡੇ ਕੋਲ ਡਾਇਨੈਮਿਕਸ ਪ੍ਰੋਪਰ। ਨਾਓ ਫਸਟ ਵਨ ਇਜ਼ ਕਾਈਨੈਮੈਟਿਕਸ। ਹੁਣ ਡਾਇਨੈਮਿਕਸ ਜਿਹੜੀ ਹੈ ਇਹ ਤੇ ਸਾਨੂੰ ਪਤਾ ਲੱਗ ਗਿਆ ਕਿ ਇਹ ਸਟੱਡੀ ਹੈ ਜਿਹੜੀ ਬਾਡੀਜ਼ ਜਿਹੜੀਆਂ ਸਾਡੀਆਂ ਨੇ ਮੋਸ਼ਨ 'ਚ ਹੈਗੀਆਂ ਨੇ। ਨਾਓ ਇਹ ਵੀ ਮੋਸ਼ਨ ਨੂੰ ਫਰਦਰ ਅਸੀਂ ਦੋ ਪਾਰਟਸ ਵਿੱਚ ਡਿਵਾਈਡ ਕਰਤਾ। ਇੱਕ ਸਾਡੇ ਕੋਲ ਆ ਗਿਆ ਕਾਈਨੈਮੈਟਿਕਸ। ਕਾਈਨੈਮੈਟਿਕਸ ਜਿਹੜੀ ਹੈ ਉਹ ਬ੍ਰਾਂਚ ਹੈ ਜਿਹਦੇ ਵਿੱਚ ਅਸੀਂ ਮੋਸ਼ਨ ਨੂੰ ਸਟੱਡੀ ਕਰਾਂਗੇ, ਬਾਡੀ ਦੀ ਮੋਸ਼ਨ ਨੂੰ ਸਟੱਡੀ ਕਰਾਂਗੇ। ਹੁਣ ਇਹ ਬਾਡੀ ਕੀ ਹੈ? ਬਾਡੀ ਕੋਈ ਵੀ ਆਬਜੈਕਟ, ਕੋਈ ਸਕੂਟਰ ਹੈ, ਕੋਈ ਕਾਰ ਹੈ, ਕੋਈ ਅਰਥ ਮੂਵ ਕਰ ਰਹੀ ਹੈ ਜਿਹੜੀ ਹੈ ਸਨ ਦੇ ਰਾਉਂਡ, ਇਹ ਸਾਡੀਆਂ ਜਿਹੜੀਆਂ ਨੇ ਬਾਡੀਜ਼ ਨੇ। ਇਸ ਬ੍ਰਾਂਚ ਦੇ ਵਿੱਚ ਅਸੀਂ ਬਾਡੀਜ਼ ਨੂੰ ਮੋਸ਼ਨ ਦੇ ਵਿੱਚ ਉਹਨਾਂ ਦੀ ਸਟੱਡੀ ਕਰਾਂਗੇ, ਬਟ ਉਹ ਮੋਸ਼ਨ ਵਿੱਚ ਕਿਉਂ ਨੇ ਉਹਦੇ ਬਾਰੇ ਆਪਾਂ ਜਿਹੜਾ ਹੈ ਸਟੱਡੀ ਨਹੀਂ ਕਰਨਾ। ਹੁਣ ਕੋਈ ਵੀ ਬਾਡੀ ਜਿਹੜੀ ਹੈ ਮੋਸ਼ਨ 'ਚ ਹੈ,
ਉਹਦਾ ਕਾਰਨ ਕੀ ਹੈ ਮੋਸ਼ਨ ਦਾ, ਉਹਦੇ ਬਾਰੇ ਅਸੀਂ ਸਟੱਡੀ ਨਹੀਂ ਕਰਨਾ। ਉਸ ਬ੍ਰਾਂਚ ਦਾ ਨਾਮ ਹੈ ਸਾਡੇ ਕੋਲ ਕਾਈਨੇਮੈਟਿਕਸ, in which we study the motion of the body without taking into account its cause of motion। ਉਹਦੀ ਮੋਸ਼ਨ ਦਾ ਕਾਰਨ ਅਸੀਂ ਜਿਹੜਾ ਇਹਦੇ ਵਿੱਚ ਸਟੱਡੀ ਨਹੀਂ ਕਰਦੇ। ਜਿਸ ਤਰ੍ਹਾਂ ਮੰਨ ਲਓ ਵੀ ਗਰਾਊਂਡ ਦੇ ਵਿੱਚ ਆਪਣੀ ਕ੍ਰਿਕਟ ਦੀ ਗਰਾਊਂਡ ਹੈ, ਮੰਨ ਲਓ ਕਿ ਬਾਲ ਜਿਹੜੀ ਹੈ ਉਹ ਮੂਵ ਕਰ ਰਹੀ ਹੈ। ਹੁਣ ਉਹ ਬਾਲ ਮੋਸ਼ਨ 'ਚ ਕਿਉਂ ਹੈ? ਉਹ ਬਾਲ ਮੋਸ਼ਨ 'ਚ ਇਸ ਕਰਕੇ ਆ ਕਿਉਂਕਿ ਉਸ ਨੂੰ ਅਸੀਂ ਬੈਟ ਦੇ ਨਾਲ ਜਿਹੜਾ ਫੋਰਸ ਲਗਾਈ ਹੋਏਗੀ ਤੇ ਉਹ ਬਾਲ ਜਿਹੜੀ ਹੈ ਮੋਸ਼ਨ 'ਚ ਆਈ। ਹੁਣ ਅਸੀਂ ਉਹਦੇ ਬਾਰੇ ਨਹੀਂ ਸਟੱਡੀ ਕਰਨਾ ਕਿ ਇਹਨੂੰ ਮੋਸ਼ਨ 'ਚ ਕੌਣ ਲੈ ਕੇ ਆਇਆ, ਬਟ ਵੀ ਜਸਟ ਓਨਲੀ ਸਟੱਡੀ ਇਟਸ ਮੋਸ਼ਨ। ਉਹਦੀ ਸਪੀਡ ਬਾਰੇ, ਉਹ ਕਿੰਨਾ ਡਿਸਟੈਂਸ ਕਵਰ ਕਰੇਗੀ, ਕਿੰਨੇ ਟਾਈਮ 'ਚ ਕਵਰ ਕਰੇਗੀ, ਉਹਦੀ ਵੈਲੋਸਿਟੀ 'ਚ ਕੀ ਫਰਕ ਪਏਗਾ, ਉਹਦੀ ਸਪੀਡ ਵਧੇਗੀ ਘਟੇਗੀ, ਬਸ ਅਸੀਂ ਆਈਓ ਸਟੱਡੀ ਕਰਨਾ ਹੈ। ਪਰ ਉਹ ਮੋਸ਼ਨ 'ਚ ਲਿਆਉਣ ਵਾਲਾ ਕਾਰਨ ਨੂੰ ਅਸੀਂ ਜਿਹੜਾ ਹੈ ਸਟੱਡੀ ਨਹੀਂ ਕਰਦੇ। ਇਹ ਸਾਡੀ ਬ੍ਰਾਂਚ ਹੁੰਦੀ ਹੈ ਕਾਈਨੇਮੈਟਿਕਸ। ਤੇ ਦੂਸਰੀ ਬ੍ਰਾਂਚ ਹੈ ਸਾਡੇ ਕੋਲ ਡਾਇਨਾਮਿਕਸ ਪ੍ਰੋਪਰ। ਪ੍ਰੋਪਰ ਦਾ ਲਿਖਣ ਦਾ ਮਤਲਬ ਹੈ ਕਿ ਇਹਦੇ ਵਿੱਚ ਅਸੀਂ ਮੋਸ਼ਨ ਨੂੰ ਤੇ ਸਟੱਡੀ ਕਰਨਾ ਹੀ ਕਰਨਾ ਹੈ, ਬਟ ਵੀ ਵਿਲ ਟੇਕ into account the cause of motion। ਮੋਸ਼ਨ ਦਾ ਕਾਰਨ ਵੀ ਅਸੀਂ ਜਿਹੜਾ ਹੈ ਲੈ ਕੇ ਇਹਦੇ ਵਿੱਚ ਚੱਲਾਂਗੇ ਕਿ ਕਿੰਨੀ ਫੋਰਸ ਲੱਗੀ ਉਹ ਜਿਹਦੇ ਕਰਕੇ ਬਾਡੀ ਜਿਹੜੀ ਹੈ ਸਾਡੀ ਜਿਹੜੀ ਹੈ ਉਹ ਮੋਸ਼ਨ 'ਚ ਤੁਹਾਡੇ ਕੋਲ ਆਈ। ਇਹ ਸੀਗਾ ਸਾਡੇ ਕੋਲ ਅੱਜ ਚੈਪਟਰ ਦੇ ਵਿੱਚ ਸਟਾਰਟਿੰਗ ਤੇ ਜਿਹੜੀ ਟਰਮ ਸੀਗੀ ਮਕੈਨਿਕਸ। ਮਕੈਨਿਕਸ ਦੇ ਅਸੀਂ ਜਿਹੜੇ ਆ ਦੋ ਪਾਰਟਸ ਕੀਤੇ, ਸਟੈਟਿਕਸ ਤੇ ਡਾਇਨਾਮਿਕਸ। ਫਿਰ ਡਾਇਨਾਮਿਕਸ ਦੇ ਦੋ ਪਾਰਟਸ ਕੀਤੇ ਆਪਣੇ ਕਾਈਨੇਮੈਟਿਕਸ ਤੇ ਡਾਇਨਾਮਿਕਸ ਸਾਡੇ ਕੋਲ ਆ ਗਿਆ ਪ੍ਰੋਪਰ ਆ ਗਿਆ। ਨਾਓ ਇਸ ਤੋਂ ਬਾਅਦ ਅਸੀਂ ਸਟੱਡੀ ਕਰਾਂਗੇ ਰੈਸਟ ਐਂਡ ਮੋਸ਼ਨ। ਇਹ ਕੀ ਚੀਜ਼ ਹੈਗੀ ਹੈ? Rest and motion are the two states of a body। ਕਿਸੇ ਵੀ body ਦੀ ਜਿਹੜੀ ਆ ਦੋ ਸਟੇਟ ਹੋ ਸਕਦੀਆਂ, ਇੱਕ ਰੈਸਟ ਇੱਕ ਮੋਸ਼ਨ। ਜਿਸ ਤਰ੍ਹਾਂ ਮੈਂ ਹੁਣ ਖਲੋਤਾ ਹਾਂ, ਮੈਂ ਰੈਸਟ ਵਿੱਚ ਹੈਗਾ। ਜੇ ਮੈਂ ਮੂਵ ਕਰਨਾ ਸ਼ੁਰੂ ਕਰ ਦੇਣਾ ਤੇ ਮੈਂ ਜਿਹੜਾ ਹੈ ਮੋਸ਼ਨ 'ਚ ਹੈ। ਹਰ ਇੱਕ body ਦੀ ਦੋ ਸਟੇਟਸ ਹੁੰਦੀਆਂ ਨੇ, ਇੱਕ ਰੈਸਟ ਤੇ ਇੱਕ ਜਿਹੜੀ ਹੁੰਦੀ ਹੈ ਮੋਸ਼ਨ ਹੁੰਦੀ ਹੈ। ਨਾਓ ਸਭ ਨਾਲ ਪਹਿਲਾਂ ਅਸੀਂ ਦੇਖਦੇ ਹਾਂ ਰੈਸਟ ਕੀ ਚੀਜ਼ ਹੈ। ਬੋਡੀ ਇਜ਼ ਸੈਡ ਟੂ ਬੀ ਐਟ ਰੈਸਟ। ਇਹ ਡੈਫੀਨੇਸ਼ਨ ਹੈ, ਤੁਸੀਂ ਨਾਲ ਦੇ ਨਾਲ ਨੋਟ ਕਰ ਸਕਦੇ ਹੋ। ਬੋਡੀ ਇਜ਼ ਸੈਡ ਟੂ ਬੀ ਐਟ ਰੈਸਟ। ਬੋਡੀ ਨੂੰ ਅਸੀਂ ਰੈਸਟ ਵਿੱਚ ਕਦੋਂ ਕਵਾਂਗੇ? when body does not change its position with respect to its immediate surrounding। ਕੋਈ ਵੀ ਬਾਡੀ ਆਪਣੀ ਸਰਾਊਂਡਿੰਗ ਦੇ ਅਕੋਰਡਿੰਗ ਆਪਣੀ ਪੋਜੀਸ਼ਨ ਚੇਂਜ ਨਹੀਂ ਕਰਦੀ, then body is said to be at rest। ਫਿਰ ਬਾਡੀ ਨੂੰ ਅਸੀਂ ਬੋਲਦੇ ਹਾਂ ਰੈਸਟ ਵਿੱਚ ਹੈਗੀ। ਜਿਸ ਤਰ੍ਹਾਂ ਮੰਨ ਲਓ ਵੀ ਸਾਡੇ ਕੋਲ ਜੇ ਅਸੀਂ ਆਪਣੇ ਸਕੂਲ ਦੀ ਕਲਾਸ ਦੀ ਗੱਲ ਕਰਦੇ ਹਾਂ, ਜਿੱਥੇ ਬਹਿ ਕੇ ਅਸੀਂ ਪੜ੍ਹਦੇ ਹਾਂ, ਸਾਨੂੰ ਪਤਾ ਹੈ ਕਿ ਬਲੈਕ ਬੋਰਡ ਇੱਕ ਲੱਗਾ ਹੈ ਕਲਾਸ ਦੇ ਵਿੱਚ, ਜਿੱਥੇ ਜਦੋਂ ਮਰਜ਼ੀ ਜਾਓ ਉਹਦੇ ਜਿਹੜੀਆਂ ਸਾਡੀਆਂ ਚਾਰ ਵਾਲਸ ਨੇ ਉਹਦੇ ਅਕੋਰਡਿੰਗ ਬਲੈਕ ਬੋਰਡ ਦੀ ਪੋਜੀਸ਼ਨ ਨਹੀਂ ਚੇਂਜ ਹੁੰਦੀ। ਅਸੀਂ ਕਹਿੰਦੇ ਆ ਕਿ ਬਲੈਕ ਬੋਰਡ ਜਿਹੜਾ ਹੈ ਸਾਡਾ ਰੈਸਟ ਵਿੱਚ ਹੈਗਾ। ਜਾਂ ਕੋਈ ਅਸੀਂ ਪਿਕਚਰ ਹੈ, ਕੋਈ ਪੇਂਟਿੰਗ ਹੈ, ਅਸੀਂ ਵਾਲ ਦੇ ਉੱਪਰ ਜਿਹੜੀ ਟੰਗੀ ਹੈ ਤੇ ਫੋਰ ਵਾਲ ਦੇ ਅਕੋਰਡਿੰਗ ਆਪਣੀ ਸਰਾਊਂਡਿੰਗ ਦੇ ਅਕੋਰਡਿੰਗ ਉਹਦੀ ਪੋਜੀਸ਼ਨ ਜਿਹੜੀ ਹੈ ਨਹੀਂ ਚੇਂਜ ਹੋ ਰਹੀ। ਜੋ ਅੱਜ ਸਵੇਰੇ ਉਹਦੇ ਆਲੇ ਦੁਆਲੇ ਸਰਾਊਂਡਿੰਗ ਹੈ, ਸ਼ਾਮ ਨੂੰ ਵੀ ਉਹੀਓ ਸਰਾਊਂਡਿੰਗ ਉਹਦੇ ਆਲੇ ਦੁਆਲੇ ਆ। ਅਸੀਂ ਕਹਿੰਦੇ ਆ ਕਿ ਬਾਡੀ ਜਿਹੜੀ ਹੈ ਸਾਡੀ ਉੱਥੇ ਦੀ ਉੱਥੇ ਹੀ ਰੈਸਟ ਵਿੱਚ ਪਈ ਹੈ। ਇਹਦਾ ਮਤਲਬ ਜਿਹੜੀ ਬਾਡੀ ਆਪਣੀ ਪੋਜੀਸ਼ਨ ਸਰਾਊਂਡਿੰਗ ਦੇ ਅਕੋਰਡਿੰਗ ਨਹੀਂ ਚੇਂਜ ਕਰਦੀ, then we say that body is at rest। now ਇਸ ਤੋਂ ਬਾਅਦ ਦੂਸਰੀ ਆ ਗਿਆ ਕੇਸ ਸਾਡੇ ਕੋਲ ਮੋਸ਼ਨ ਦਾ। ਮੋਸ਼ਨ ਦੇ ਵਿੱਚ ਕੀ ਹੈ? ਇਫ ਦਾ ਬਾਡੀ ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਸਰਾਊਂਡਿੰਗ, ਆਪਣੀ ਸਰਾਊਂਡਿੰਗ ਦੇ ਅਕੋਰਡਿੰਗ ਜੇ ਬਾਡੀ ਆਪਣੀ ਪੋਜੀਸ਼ਨ ਚੇਂਜ ਕਰਦੀ ਹੈ, then we say the body is in motion। ਅਸੀਂ ਕਹਾਂਗੇ ਬਾਡੀ ਜਿਹੜੀ ਹੈ ਉਹ ਮੋਸ਼ਨ 'ਚ ਹੈਗੀ ਹੈ। ਜਿਸ ਤਰ੍ਹਾਂ ਅਸੀਂ ਮੰਨ ਲਓ ਅਸੀਂ ਸਕੂਟਰ ਤੇ ਜਾ ਰਹੇ ਹਾਂ, ਪਹਿਲਾਂ ਸਾਡੀ ਸਰਾਊਂਡਿੰਗ ਜਿਹੜੀ ਹੈ
ਕਿਸੇ ਟਾਈਮ ਤੇ ਕੋਈ ਹੋਰ ਹੋਏਗੀ, ਉਸ ਤੋਂ ਬਾਅਦ ਅਸੀਂ ਕਿਤੇ ਹੋਰ ਚਲ ਗਏ, ਸਾਡੀ ਸਰਾਊਂਡਿੰਗ ਜਿਹੜੀ ਹੈ ਚੇਂਜ ਹੋ ਗਈ। ਇਹਦਾ ਮਤਲਬ ਜੇ ਸਾਡੀ ਸਰਾਊਂਡਿੰਗ ਚੇਂਜ ਹੋਈ ਜਾ ਰਹੀ ਹੈ, ਕਦੀ ਕੋਈ ਹੋਰ ਸਰਾਊਂਡਿੰਗ ਆ ਰਹੀ, ਕਦੀ ਕੋਈ ਆ ਰਹੀ ਹੈ, ਇਹਦਾ ਮਤਲਬ ਹੈ ਕਿ ਅਸੀਂ ਜਿਹੜੇ ਨੇ ਮੋਸ਼ਨ 'ਚ ਹੈਗੇ ਆ। ਜੇਕਰ ਸਾਡੀ ਪੋਜੀਸ਼ਨ ਚੇਂਜ ਹੋ ਰਹੀ ਹੈ with respect to surrounding, then we will say the body is in motion। ਇਹਨੂੰ ਅਸੀਂ ਜਿਹੜਾ ਹੈ further discuss ਕਰਨਾ ਹੈ with rectangular frame of reference। ਅਸੀਂ coordinate system ਦੇ ਨਾਲ ਅਸੀਂ ਜਿਹੜਾ ਇਹਨੂੰ further ਬਾਅਦ ਵਿੱਚੋਂ ਅਸੀਂ discuss ਕਰਾਂਗੇ। ਹਲੇ ਇੰਨਾ ਹੀ ਯਾਦ ਰੱਖਣਾ ਹੈ ਕਿ ਜੇ ਸਾਡੀ ਪੋਜੀਸ਼ਨ ਚੇਂਜ ਹੋ ਰਹੀ ਹੈ ਸਰਾਊਂਡਿੰਗ ਦੇ ਅਕੋਰਡਿੰਗ, ਇਹਦਾ ਮਤਲਬ ਅਸੀਂ ਮੋਸ਼ਨ 'ਚ ਆ, ਤੇ ਜੇ ਸਾਡੀ ਪੋਜੀਸ਼ਨ ਸਰਾਊਂਡਿੰਗ ਦੇ ਅਕੋਰਡਿੰਗ ਨਹੀਂ ਚੇਂਜ ਹੋ ਰਹੀ ਤੇ ਅਸੀਂ ਕਹਿੰਦੇ ਆ ਕਿ ਬਾਡੀ ਜਿਹੜੀ ਹੈਗੀ ਆ ਉਹ ਰੈਸਟ ਵਿੱਚ ਹੈਗੀ ਆ। ਨਾਓ ਇੱਕ ਕੁਐਸਚਨ ਆਉਂਦਾ ਹੈ, ਜਿਹੜਾ ਰੈਸਟ ਐਂਡ ਮੋਸ਼ਨ ਦੇ ਆਰ ਐਬਸੋਲੂਟ ਟਰਮਸ। ਕੀ ਹੈ ਐਬਸੋਲੂਟ ਹੈ ਕਿ ਕੀ ਹੈ ਜਿਹੜੀਆਂ ਨੇ ਸਾਡੀਆਂ ਰਿਲੇਟਿਵ ਟਰਮਸ ਨੇ। ਇਹਦਾ ਇੱਕ ਕੁਐਸਚਨ ਆਉਂਦਾ ਹੈ, ਆਰ ਰੈਸਟ ਐਂਡ ਮੋਸ਼ਨ ਆਰ ਐਬਸੋਲੂਟ ਟਰਮਸ ਔਰ ਰਿਲੇਟਿਵ ਟਰਮਸ। ਆਓ ਇਸ ਨੂੰ ਅਸੀਂ ਜਿਹੜਾ ਹੈ ਡਿਸਕਸ ਕਰਦੇ ਹਾਂ। ਐਬਸੋਲੂਟ ਕੀ ਹੈ ਤੇ ਰਿਲੇਟਿਵ ਦਾ ਕੀ ਮਤਲਬ ਹੈ। ਨਾਓ suppose we are going from one city to another city with the train। ਅਸੀਂ ਇੱਕ ਸਿਟੀ ਤੋਂ ਦੂਜੀ ਸਿਟੀ ਜਾ ਰਹੇ, ਮੰਨ ਲਓ ਅਸੀਂ ਟ੍ਰੇਨ ਦੇ ਨਾਲ ਅਸੀਂ ਜਾ ਰਹੇ ਹਾਂ, ਸਫ਼ਰ ਕਰ ਰਹੇ ਹਾਂ, ਅਸੀਂ ਕਹਿਣ ਦਾ ਭਾਵ ਟ੍ਰੇਨ ਦੇ ਅੰਦਰ। ਜਦੋਂ ਅਸੀਂ ਟ੍ਰੇਨ ਦੇ ਅੰਦਰ ਬੈਠ ਗਏ, ਟ੍ਰੇਨ ਜਿਹੜੀ ਹੈ ਮੋਸ਼ਨ 'ਚ ਹੈ ਤੇ ਅਸੀਂ ਵੀ ਜਿਹੜੇ ਹਾਂ ਮੋਸ਼ਨ 'ਚ ਹੋਵਾਂਗੇ। ਬਟ ਜਿਹੜੀਆਂ ਟ੍ਰੇਨ ਦੀਆਂ 4 ਵਾਲਸ ਨੇ, ਜਿਵੇਂ ਟ੍ਰੇਨ ਦਾ ਕੰਪਾਰਟਮੈਂਟ ਹੈ, ਬੋਗੀ ਜਿੱਥੇ ਅਸੀਂ ਬੈਠੇ ਹਾਂ, ਉਹਦੇ ਅਕੋਰਡਿੰਗ ਅਸੀਂ ਰੈਸਟ ਵਿੱਚ ਹਾਂ, ਕਿਉਂਕਿ ਸਾਡੀ ਜਿਹੜੀ ਸਰਾਊਂਡਿੰਗ ਹੈ ਉਹ ਚੇਂਜ ਨਹੀਂ ਹੋ ਰਹੀ। ਅਸੀਂ ਜਿੱਥੇ ਬੈਠੇ ਹੋਏ ਹਾਂ ਉਹ ਜਿਹੜੀ ਬੋਗੀ ਜਿਹੜੀ ਹੈ ਉਹਦੀਆਂ ਜਿਹੜੀਆਂ 4 ਵਾਲਸ ਨੇ ਕੰਪਾਰਟਮੈਂਟ ਦੀ, ਉਹਦੇ ਅਕੋਰਡਿੰਗ ਅਸੀਂ ਹੈਗੇ ਹਾਂ ਰੈਸਟ ਦੇ ਵਿੱਚ। ਜਿਹੜੇ ਸਾਡੇ ਨਾਲ ਕੋ ਪੈਸੰਜਰਸ ਬੈਠੇ ਨੇ, ਨਾਲ ਸਾਡੇ ਹੋਰ ਜਿਹੜੇ ਸਫ਼ਰ ਕਰ ਰਹੇ ਨੇ, ਉਹਨਾਂ ਦੇ ਅਕੋਰਡਿੰਗ ਅਸੀਂ ਕੱਚ ਨੇ ਰੈਸਟ ਵਿੱਚ ਹੈ, ਕਿਉਂਕਿ ਆਪਸ ਵਿੱਚ ਅਸੀਂ ਗੱਲਾਂ ਵੀ ਕਰ ਸਕਦੇ ਹਾਂ। ਇਹਦਾ ਮਤਲਬ ਅਸੀਂ ਵੈਸੇ ਐਕਚੁਅਲੀ ਮੋਸ਼ਨ 'ਚ ਹੈਗੇ ਹਾਂ, ਬਟ ਅਕੋਰਡਿੰਗ ਟੂ ਕੋ ਪੈਸੰਜਰਸ ਔਰ ਵਿਦ the 4 walls of the train we are at rest। ਅਸੀਂ ਹੈਗੇ ਹਾਂ ਰੈਸਟ ਦੇ ਵਿੱਚ। ਮੰਨ ਲਓ ਅਸੀਂ ਟ੍ਰੇਨ ਰਾਹੀਂ ਜਾ ਰਹੇ ਹਾਂ ਤੇ ਸਾਡਾ ਜਿਹੜਾ ਹੈ ਕੋਈ ਫਰੈਂਡ ਜਿਹੜਾ ਹੈ ਬਾਹਰ ਕਿਸੇ ਪਲੇਟਫਾਰਮ ਦੇ ਉੱਪਰ, ਅੱਗੇ ਕੋਈ ਸ਼ਹਿਰ ਆਣਾ, ਉੱਥੇ ਸਾਡੀ ਵੇਟ ਕਰ ਰਿਹਾ। ਉਹਨੇ ਦੇਖਿਆ ਵੀ ਟ੍ਰੇਨ ਆ ਗਈ, ਉਹਦੇ ਅਕੋਰਡਿੰਗ ਅਸੀਂ ਸਾਰੇ ਕੱਚ ਹੋ ਗਏ, ਅਸੀਂ ਸਾਰੇ ਜਿਹੜੇ ਮੋਸ਼ਨ 'ਚ ਹੋਵਾਂਗੇ। ਉਸ ਪਰਸਨ ਦੇ ਅਕੋਰਡਿੰਗ ਜਿਹੜਾ ਟ੍ਰੇਨ ਨੂੰ ਵੇਟ ਕਰ ਰਿਹਾ ਔਨ ਦਾ ਪਲੇਟਫਾਰਮ, ਉਹਦੇ ਅਕੋਰਡਿੰਗ ਅਸੀਂ ਮੋਸ਼ਨ 'ਚ ਹੈ, ਪਰ ਜਿਹੜੇ ਸਾਡੇ ਨਾਲ ਪੈਸੰਜਰ ਬੈਠੇ ਨੇ ਉਹਦੇ ਅਕੋਰਡਿੰਗ ਅਸੀਂ ਸਾਰੇ ਕੱਚ ਹਾਂ ਰੈਸਟ ਵਿੱਚ, ਕਿਉਂਕਿ ਉਹ ਵੀ ਸਾਡੇ ਨਾਲ ਹੀ ਮੂਵ ਕਰ ਰਹੇ ਨੇ। ਇਹਦਾ ਮਤਲਬ ਇੱਕੋ ਟਾਈਮ ਦੇ ਉੱਤੇ ਜਿਹੜੀ ਇੱਕ ਬਾਡੀ ਹੈ ਉਹ ਰੈਸਟ ਵਿੱਚ ਵੀ ਹੋ ਸਕਦੀ ਹੈ, ਉਹ ਰੈਸਟ ਵਿੱਚ ਵੀ ਹੋ ਸਕਦੀ ਹੈ, ਤੇ ਇਸ ਤੋਂ ਇਲਾਵਾ ਉਹ ਬਾਡੀ ਜਿਹੜੀ ਹੈ ਮੋਸ਼ਨ 'ਚ ਵੀ ਹੋ ਸਕਦੀ ਹੈ। ਇਹ ਡਿਪੈਂਡ ਕਰਦਾ ਹੈ ਆਬਜ਼ਰਵਰ ਦੇ ਉੱਤੇ ਕਿ ਕਿਹੜਾ ਆਬਜ਼ਰਵਰ ਜਿਹੜਾ ਹੈ ਉਸ ਨੂੰ ਆਬਜ਼ਰਵ ਕਰ ਰਿਹਾ ਹੈ। ਜੇ ਤੇ ਆਬਜ਼ਰਵਰ ਟ੍ਰੇਨ ਦੇ ਵਿੱਚ ਹੀ ਹੈ, ਉਹਦੇ ਅਕੋਰਡਿੰਗ ਅਸੀਂ ਰੈਸਟ ਵਿੱਚ ਹਾਂ, ਤੇ ਜੇ ਆਬਜ਼ਰਵਰ ਟ੍ਰੇਨ ਤੋਂ ਬਾਹਰ ਤੇ ਉਹਦੇ ਅਕੋਰਡਿੰਗ ਅਸੀਂ ਕੱਚ ਹੈਗੇ ਹਾਂ ਮੋਸ਼ਨ 'ਚ ਹੈਗੇ ਹਾਂ। ਇਹਦਾ ਮਤਲਬ ਇੱਕੋ ਟਾਈਮ ਤੇ ਰੈਸਟ ਤੇ ਮੋਸ਼ਨ ਆਪਸ ਵਿੱਚ ਇੰਟਰਚੇਂਜੇਬਲ ਹੈ। ਦੂਸਰੀ ਐਗਜ਼ਾਮਪਲ, ਜੇ ਅਸੀਂ ਗੱਲ ਕਰੀਏ ਅਰਥ ਦੀ, ਅਰਥ ਜਿਹੜੀ ਹੈ ਆਪਣੀ ਐਕਸਿਸ ਦੇ ਦੁਆਲੇ ਜਿਹੜੀ ਹੈ 24 ਆਵਰਸ ਦੇ ਵਿੱਚ ਇੱਕ ਚੱਕਰ ਜਿਹੜਾ ਹੈ ਪੂਰਾ ਕਰ ਲੈਂਦੀ ਹੈ ਆਪਣੀ ਐਕਸਿਸ ਆਫ ਰੋਟੇਸ਼ਨ ਦੇ ਦੁਆਲੇ। 24 ਘੰਟੇ 'ਚ ਉਹਨੇ ਇੱਕ ਚੱਕਰ ਪੂਰਾ ਕਰ ਲਿਆ। ਅਰਥ ਦੀ ਗੱਲ ਕਰ ਰਹੇ ਹਾਂ। ਨਾਓ ਜਦੋਂ ਅਰਥ ਦੀ ਗੱਲ ਕਰੀਏ, ਮੰਨ ਲਓ ਸਾਡੇ ਕੋਲ ਇਹ ਅਰਥ ਹੈ ਤੇ ਆ ਜਿਹੜਾ ਹੈ ਅਰਥ ਦਾ ਇਕੁਏਟਰ, ਅਰਥ ਦਾ ਜਿਹੜਾ ਇਕੁਏਟਰ ਹੈ, ਇੱਥੇ ਇੱਕ ਬੰਦਾ ਖਲੋਤਾ, ਮੰਨ ਲਓ ਕਿ ਪਰਸਨ ਹੈ P ਪੁਆਇੰਟ ਦੇ ਉੱਤੇ। ਜਦੋਂ ਅਰਥ ਰੋਟੇਟ ਕਰੇਗੀ, ਇੱਕ ਚੱਕਰ ਪੂਰਾ ਕਰੇਗੀ, ਤੇ ਜਿਹੜਾ ਇਹ ਆਦਮੀ ਹੈ
ਇਹਨੇ ਵੀ ਇੱਕ ਚੱਕਰ ਜਿਹੜਾ ਹੈ ਆਪਣਾ ਪੂਰਾ ਕੰਪਲੀਟ ਕਰ ਲੈਣਾ। ਜਦੋਂ ਇੱਕ ਰੈਵੋਲੂਸ਼ਨ ਪੂਰਾ ਚੱਕਰ ਪੂਰਾ ਹੋਏਗਾ ਤੇ ਸਾਡੇ ਕੋਲ ਡਿਸਟੈਂਸ ਜਿਹੜਾ ਕਵਰ ਹੋਏਗਾ 2 ਪਾਈ r, ਇਹਨਾਂ ਡਿਸਟੈਂਸ ਇਹਨੇ ਜਿਹੜਾ ਹੈ ਕਵਰ ਕੀਤਾ। ਤੇ ਆਹ ਡਿਸਟੈਂਸ ਜਿਹੜਾ ਹੈ ਜੇ ਅਸੀਂ ਨਿਕਾਲਦੇ ਹਾਂ ਤੇ ਆਹ ਡਿਸਟੈਂਸ ਦੀ ਵੈਲਿਊ ਆਉਂਦੀ ਹੈ 22/7। r is the radius of earth, r ਜਿਹੜਾ ਹੈ ਸਾਡਾ ਅਰਥ ਦਾ ਰੇਡੀਅਸ, ਜਿਹਦੀ ਵੈਲਿਊ ਹੈ 6400 ਕਿਲੋਮੀਟਰ। ਜੇ ਇਸ ਨੂੰ ਅਸੀਂ ਸੋਲਵ ਕਰਦੇ ਹਾਂ ਤੇ ਸਾਡੇ ਕੋਲ ਆਉਂਦਾ ਹੈ 38400 ਕਿਲੋਮੀਟਰ। ਇਹਦਾ ਮਤਲਬ ਜਦੋਂ ਅਰਥ ਆਪਣੀ ਐਕਸਿਸ ਦੇ ਦੁਆਲੇ ਰੋਟੇਟ ਕਰਦੀ ਹੈ ਤੇ ਇੱਕ ਚੱਕਰ ਪੂਰਾ ਕਰੇ ਤੇ ਇੰਨਾ ਡਿਸਟੈਂਸ ਜਿਹੜਾ ਉਹਨੇ ਮੂਵ ਕਰ ਲਿਆ। ਇਹਦਾ ਮਤਲਬ ਇਸ ਪਰਸਨ ਨੇ ਵੀ ਇੰਨਾ ਡਿਸਟੈਂਸ ਮੂਵ ਕੀਤਾ 24 ਘੰਟੇ 'ਚ। ਤੇ ਸਾਨੂੰ ਪਤਾ ਹੈ ਜਿਹੜੀ ਸਾਡੀ ਸਪੀਡ ਹੈ, ਸਪੀਡ ਦਾ ਫਾਰਮੂਲਾ ਜਿਹੜਾ ਹੁੰਦਾ ਹੈ ਸਾਡੇ ਕੋਲ ਡਿਸਟੈਂਸ ਨੂੰ ਅਸੀਂ ਟਾਈਮ ਦੇ ਨਾਲ ਜਿਹੜਾ ਹੈ ਡਿਵਾਈਡ ਕਰ ਦਿੰਦੇ ਆ ਤੇ ਸਾਡੇ ਕੋਲ ਡਿਸਟੈਂਸ ਕਿੰਨਾ ਆਇਆ, ਸਾਡੇ ਕੋਲ distance is equal to 38,400 divided by ਸਾਡੇ ਕੋਲ ਆ ਗਿਆ ਟਾਈਮ ਕਿੰਨਾ ਸੀਗਾ ਸਾਡੇ ਕੋਲ 24 ਆਵਰਸ। ਤੇ ਜਦੋਂ ਅਸੀਂ ਇਸ ਨੂੰ ਕਟਿੰਗ ਕਰਦੇ ਆ, ਕਟਿੰਗ ਕਰਨ ਤੋਂ ਬਾਅਦ ਸਾਡੇ ਕੋਲ 1600 ਸਾਡੇ ਕੋਲ ਜਿਹੜਾ ਹੈ ਲਗਭਗ ਇੰਨੀ ਜਿਹੜੀ ਹੈ ਸਪੀਡ ਨਿਕਲਦੀ ਹੈ ਇਸ ਆਦਮੀ ਦੀ। ਇਹਦਾ ਮਤਲਬ ਜੇ ਅਸੀਂ ਆਪਣੀ ਗੱਲ ਕਰੀਏ ਰੋਜ਼ 24 ਘੰਟੇ ਬਾਅਦ ਅਸੀਂ ਜਿਹੜਾ ਹੈ ਇੰਨੀ ਸਪੀਡ ਦੇ ਨਾਲ ਮੂਵ ਕਰ ਰਹੇ ਹਾਂ, ਪਰ ਸਾਨੂੰ ਤੇ ਕਦੀ ਇਹ ਸਪੀਡ ਆਬਜ਼ਰਵ ਨਹੀਂ ਹੋਈ। ਉਹਦਾ ਕਾਰਨ ਕਿਉਂਕਿ ਸਾਡੀ ਜਿਹੜੀ ਸਰਾਊਂਡਿੰਗ ਹੈ ਨਾ ਉਹ ਵੀ ਨਾਲ ਇੰਨੀ ਹੀ ਸਪੀਡ ਦੇ ਨਾਲ ਜਿਹੜੀ ਹੈ ਮੂਵ ਕਰ ਜਾਂਦੀ ਹੈ ਤੇ ਸਾਨੂੰ ਲੱਗਦਾ ਅਸੀਂ ਸਾਰੇ ਕੱਚ ਹੈਗੇ ਆ, ਰੈਸਟ ਵਿੱਚ ਹੈਗੇ ਅਸੀਂ ਮੋਸ਼ਨ 'ਚ ਹੈ ਕਿਉਂਕਿ ਜਿਹੜੀ ਅਰਥ ਹੈ ਸਨ ਦੇ ਅਰਾਊਂਡ ਮੂਵ ਕਰ ਰਹੀ ਹੈ। ਅਰਥ ਜਿਹੜੀ ਆਪਣੀ ਐਕਸਿਸ ਦੇ ਦੁਆਲੇ ਵੀ ਮੂਵ ਕਰ ਰਹੀ ਹੈ, ਬਟ ਜਿਹੜੀ ਹੈ ਸਾਰੀਆਂ ਸਰਾਊਂਡਿੰਗ ਵੀ ਨਾਲ ਹੀ ਮੂਵ ਕਰਦੀਆਂ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਜਿਹੜੇ ਨੇ ਰੈਸਟ ਵਿੱਚ ਹੈਗੇ। ਨਾਓ ਇਹਨਾਂ ਦੋਨਾਂ ਐਗਜ਼ਾਮਪਲਸ ਤੋਂ ਸਾਨੂੰ ਕੀ ਪਤਾ ਲੱਗਾ ਕਿ ਜੇਕਰ ਕੋਈ ਬੋਡੀ ਮੋਸ਼ਨ 'ਚ ਹੈ ਤੇ ਉਹ ਸਾਨੂੰ ਜਿਹੜੀ ਹੈ ਰੈਸਟ ਵਿੱਚ ਵੀ ਨਜ਼ਰ ਆ ਸਕਦੀ ਹੈ। ਉਹ ਡਿਪੈਂਡ ਕਰਦਾ ਹੈ ਆਬਜ਼ਰਵਰ ਦੇ ਉੱਪਰ ਜਿਹੜਾ ਇਹਨੂੰ ਆਬਜ਼ਰਵ ਕਰ ਰਿਹਾ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਰੈਸਟ ਤੇ ਮੋਸ਼ਨ ਦੇ ਆਰ ਨਾਟ ਐਬਸੋਲੂਟ ਟਰਮ। ਰੈਸਟ ਜਿਹੜਾ ਹੈ ਹਮੇਸ਼ਾ ਰੈਸਟ ਨਜ਼ਰ ਨਹੀਂ ਆਏਗਾ। ਰੈਸਟ ਤੇ ਮੋਸ਼ਨ ਆਰ ਨਾਟ ਐਬਸੋਲੂਟ ਟਰਮ। ਮੰਨ ਲਓ ਵੀ ਅਸੀਂ ਰੈਸਟ ਕਰ ਰਹੇ ਹਾਂ ਤੇ ਇੱਕ ਆਦਮੀ ਜਿਹੜਾ ਹੈ ਮੂਨ ਦੇ ਉੱਪਰ ਹੈ, ਉਹ ਸਾਨੂੰ ਥੱਲੇ ਆਬਜ਼ਰਵ ਕਰ ਰਿਹਾ ਹੈ। ਜੇ ਅਸੀਂ ਰੈਸਟ ਵਿੱਚ ਹਾਂ ਪਰ ਉਹਦੇ ਅਕੋਰਡਿੰਗ ਅਰਥ ਦੇ ਦੁਆਲੇ ਉਹ ਘੁੰਮਦਾ ਪਿਆ ਹੈ ਤੇ ਉਹਦੇ ਅਕੋਰਡਿੰਗ ਅਸੀਂ ਕੱਚ ਹੋ ਗਏ, ਅਸੀਂ ਤੇ ਮੋਸ਼ਨ 'ਚ ਹੋ ਗਏ। ਇਹਦਾ ਮਤਲਬ ਰੈਸਟ ਤੇ ਮੋਸ਼ਨ ਜਿਹੜੇ ਨੇ ਦੇ ਆਰ ਨਾਟ ਐਬਸੋਲੂਟ ਟਰਮ, ਦੇ ਆਰ ਰਿਲੇਟਿਵ ਟਰਮਸ। ਇੱਕ ਦੂਜੇ ਦੇ ਅਕੋਰਡਿੰਗ ਜਿਹੜੇ ਨੇ ਇਹ ਆਪਸ ਵਿੱਚ ਚੇਂਜ ਹੋ ਜਾਂਦੇ ਨੇ। ਇਸ ਕਰਕੇ ਇਹ ਰਿਜ਼ਲਟ ਯਾਦ ਰੱਖਣਾ ਹੈ। ਇਜ਼ ਰੈਸਟ ਐਂਡ ਮੋਸ਼ਨ ਆਰ ਐਬਸੋਲੂਟ? ਨੋ, ਦੇ ਆਰ ਰਿਲੇਟਿਵ। ਇਹ ਇੱਕ ਦੂਜੇ ਦੇ ਰਿਲੇਸ਼ਨ ਦੇ ਅਕੋਰਡਿੰਗ ਜਿਹੜੇ ਆਪਸ ਵਿੱਚ ਉਹ ਚੇਂਜ ਹੋ ਜਾਂਦੇ ਨੇ। ਨਾਓ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਨੈਕਸਟ ਟੌਪਿਕ ਜਿਹੜਾ ਅਸੀਂ ਡਿਸਕਸ ਕਰਾਂਗੇ, ਆਈਡੀਆ ਆਫ ਪੁਆਇੰਟ ਆਬਜੈਕਟ। ਆਈਡੀਆ ਆਫ ਪੁਆਇੰਟ ਆਬਜੈਕਟ। ਇਹ ਪੁਆਇੰਟ ਆਬਜੈਕਟ ਜਿਹੜੀ ਹੈ ਇਹ ਕੀ ਸਾਡੀ ਜਿਹੜੀ ਹੈ ਚੀਜ਼ ਹੈ। ਫਿਜ਼ਿਕਸ ਦੇ ਵਿੱਚ ਪੁਆਇੰਟ ਆਬਜੈਕਟਸ ਦਾ ਕਨਸੈਪਟ ਜਿਹੜਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਪੁਆਇੰਟ ਦਾ ਮਤਲਬ ਹੈ ਜਸਟ ਵੈਰੀ ਵੈਰੀ ਸਮਾਲ। ਕਿਸੇ ਵੀ ਸਮਾਲ ਪੀਸ ਆਫ ਮੈਟਰ ਨੂੰ ਅਸੀਂ ਪੁਆਇੰਟ ਮੰਨ ਸਕਦੇ ਹਾਂ ਜੇਕਰ ਉਹਦੀ ਆਪਣੀ ਜਿਹੜੀ ਹੈ ਕੋਈ ਡਾਈਮੈਂਸ਼ਨ ਨਹੀਂ ਹੈ, ਕੋਈ ਉਹਦੀ ਲੈਂਥ ਬ੍ਰੈਡਥ ਹਾਈਟ ਉਹਦੀ ਜਿਹੜੀ ਨਹੀਂ ਹੈ, ਅਸੀਂ ਉਸ ਨੂੰ ਪੁਆਇੰਟ ਮੰਨ ਸਕਦੇ ਹਾਂ। ਜਸਟ ਉਹ ਸਪੇਸ ਜਿਹੜਾ ਹੈ ਉਹਦੇ ਨਾਲ ਆਪਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਉਹਦਾ ਆਪਣਾ ਕੋਈ ਸਾਈਜ਼ ਨਹੀਂ ਹੈ, then we can take it as a point object. Very very small, ਜਿਹਦਾ ਆਪਣਾ ਕੋਈ ਸਾਈਜ਼ ਨਹੀਂ ਹੈ, that is called point. ਜਿਸ ਤਰ੍ਹਾਂ ਪੈਨ ਦੀ ਜਿਹੜੀ ਇੱਕ ਨਿਬ ਦਾ ਹੈਗਾ
ਉਹ ਸਾਡੀ ਪੁਆਇੰਟ ਹੁੰਦੀ ਹੈ। ਬਟ ਡੇਲੀ ਲਾਈਫ ਦੇ ਵਿੱਚ ਸਾਡੇ ਕੋਲ ਜਿੰਨੀਆਂ ਵੀ ਆਬਜੈਕਟਸ ਨੇ ਦੇ ਆਰ ਨਾਟ ਪੁਆਇੰਟ ਆਬਜੈਕਟਸ, ਉਹਨਾਂ ਦਾ ਕੋਈ ਨਾ ਕੋਈ ਜਿਹੜਾ ਹੈ ਸਾਈਜ਼ ਹੈ। ਜੇ ਅਸੀਂ ਸਕੂਟਰ ਦੀ ਗੱਲ ਕਰੀਏ, ਕਾਰ ਦੀ ਗੱਲ ਕਰੀਏ, ਇਹ ਪੁਆਇੰਟ ਆਬਜੈਕਟਸ ਨਹੀਂ ਨੇ, ਇਹਨਾਂ ਦੀ ਲੈਂਥ ਬ੍ਰੈਡਥ ਹਾਈਟ ਹੈ। ਬਟ ਵੀ ਕੈਨ ਕੰਸੀਡਰ ਦ ਆਬਜੈਕਟਸ ਐਜ਼ ਏ ਪੁਆਇੰਟ ਆਬਜੈਕਟ। ਅਸੀਂ ਕਿਸੇ ਵੀ ਆਬਜੈਕਟ ਨੂੰ ਅਸੀਂ ਪੁਆਇੰਟ ਆਬਜੈਕਟ ਮੰਨ ਸਕਦੇ ਹਾਂ। ਉਹਦੇ ਪਿੱਛੇ ਕੀ ਆਈਡੀਆ ਹੈ, ਉਹਦੇ ਬਾਰੇ ਜਿਹੜਾ ਆਪਾਂ ਜਿਹੜਾ ਹੁਣ ਡਿਸਕਸ ਕਰਨ ਜਾ ਰਹੇ ਹਾਂ। ਨਾਓ ਅਰਥ ਸਾਡੀ ਏਡਾ ਵੱਡਾ ਉਹਦਾ ਸਾਈਜ਼ ਹੈ, ਈਵਨ ਅਰਥ ਨੂੰ ਵੀ ਅਸੀਂ ਜਿਹੜਾ ਹੈ ਪੁਆਇੰਟ ਆਬਜੈਕਟ ਕੰਸੀਡਰ ਕਰ ਸਕਦੇ ਹਾਂ। ਆਓ ਇਸ ਨੂੰ ਅਸੀਂ ਡਿਸਕਸ ਕਰੀਏ। ਮੰਨ ਲਓ ਕਿ ਸਾਡੀ ਜਿਹੜੀ ਇੱਕ ਟ੍ਰੇਨ ਹੈ ਅੰਮ੍ਰਿਤਸਰ ਤੋਂ ਮੰਨ ਲਓ ਦਿੱਲੀ ਗਈ। ਜਦੋਂ ਟ੍ਰੇਨ ਅੰਮ੍ਰਿਤਸਰ ਤੋਂ ਦਿੱਲੀ ਗਈ ਹੈ ਤੇ ਉਹਨੇ ਘੱਟੋ ਘੱਟ 450 ਕਿਲੋਮੀਟਰ ਜਿਹੜਾ ਹੈ ਉਹਨੇ ਡਿਸਟੈਂਸ ਉਹਨੇ ਜਿਹੜਾ ਕਵਰ ਕੀਤਾ। A train start from Amritsar or from any station and it goes to the New Delhi. It covers 450 ਕਿਲੋਮੀਟਰ। ਹੁਣ ਇੰਨਾ ਜ਼ਿਆਦਾ ਡਿਸਟੈਂਸ ਉਹਨੇ ਕਵਰ ਕਰ ਲਿਆ। ਜੇਕਰ ਟ੍ਰੇਨ ਦਾ ਆਪਣਾ ਸਾਈਜ਼, ਕਿੰਨੀ ਲੰਬੀ ਟ੍ਰੇਨ ਹੈ, ਜੇ ਟ੍ਰੇਨ ਦਾ ਆਪਣਾ ਸਾਈਜ਼ ਇਸ ਡਿਸਟੈਂਸ ਦੇ ਅਕੋਰਡਿੰਗ ਅਸੀਂ ਕੰਪੇਅਰ ਕਰੀਏ ਤਾਂ ਉਹ ਬਹੁਤ ਹੀ ਜਿਹੜਾ ਹੈ ਛੋਟਾ ਆਏਗਾ। ਕਹਿਣ ਦਾ ਮਤਲਬ ਜੇ ਉੱਪਰ ਅਸੀਂ ਜਿਹੜਾ ਹੈ ਟ੍ਰੇਨ ਦਾ ਸਾਈਜ਼ ਲਿਖ ਲੈਂਦੇ ਆ, ਟ੍ਰੇਨ ਦਾ ਸਾਈਜ਼ ਉੱਪਰ, ਇਹਨੂੰ ਅਸੀਂ ਜਿਹੜਾ ਉਹਨੇ ਡਿਸਟੈਂਸ ਕਵਰ ਕੀਤਾ ਇਹਦੇ ਨਾਲ ਇਹਨੂੰ ਅਸੀਂ ਕੰਪੇਅਰ ਕਰੀਏ, ਡਿਵਾਈਡ ਕਰੀਏ ਤੇ ਆ ਜਿਹੜਾ ਆਨਸਰ ਆਏਗਾ ਇਟ ਵਿਲ ਬੀ ਲੈਸ ਦੈਨ 1। ਬਹੁਤ ਹੀ ਛੋਟਾ ਜਿਹੜਾ ਆਏਗਾ 0 ਪੁਆਇੰਟ ਸਮਥਿੰਗ ਆਏਗਾ। ਕਹਿਣ ਦਾ ਮਤਲਬ ਟ੍ਰੇਨ ਦਾ ਸਾਈਜ਼ ਇੰਨਾ ਵੱਡਾ ਹੈ ਪਰ ਇਹਦੇ ਸਾਈਜ਼ ਨੂੰ ਅਸੀਂ ਇੱਕ ਪੁਆਇੰਟ ਆਬਜੈਕਟ ਦੇ ਨਾਲ ਅਸੀਂ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਪਰ ਮਗਰ ਕੰਡੀਸ਼ਨ ਕੀ ਹੈ, ਇਫ ਇਟ ਕਵਰਸ ਅ ਡਿਸਟੈਂਸ ਵਿਚ ਇਜ਼ ਵੈਰੀ ਲਾਰਜ ਐਜ਼ ਕੰਪੇਅਰ ਟੂ ਇਟਸ ਓਨ ਸਾਈਜ਼। ਜੇ ਆਪਣੇ ਸਾਈਜ਼ ਦੇ ਅਕੋਰਡਿੰਗ ਇਹ ਡਿਸਟੈਂਸ ਬਹੁਤ ਜ਼ਿਆਦਾ ਕਵਰ ਕਰੇ ਫਿਰ ਅਸੀਂ ਉਸ ਆਬਜੈਕਟ ਨੂੰ ਜਿਹੜਾ ਹੈ ਪੁਆਇੰਟ ਆਬਜੈਕਟ ਕੰਸੀਡਰ ਕਰ ਸਕਦੇ ਹਾਂ। ਨਾਓ ਕੈਨ ਵੀ ਕੰਸੀਡਰ ਅਰਥ ਐਜ਼ ਏ ਪੁਆਇੰਟ ਆਬਜੈਕਟ? ਕਦੋਂ ਕੰਸੀਡਰ ਕਰ ਸਕਦੇ ਹਾਂ? ਯੈਸ ਵੀ ਕੈਨ ਕੰਸੀਡਰ। ਜਦੋਂ ਅਰਥ ਜਿਹੜੀ ਹੈ ਉਹਦੀ ਜਿਹੜੀ ਹੈ ਆਪਾਂ ਰੈਵੋਲੂਸ਼ਨ ਜਿਹੜੀ ਹੈ ਰਿਵੋਲਵ ਕਰਦੀ ਹੈ ਸਨ ਦੇ ਅਰਾਊਂਡ, ਜਦੋਂ ਅਰਥ ਸਨ ਦੇ ਅਰਾਊਂਡ ਘੁੰਮਦੀ ਹੈ ਉਹ ਇੰਨਾ ਜ਼ਿਆਦਾ ਡਿਸਟੈਂਸ ਕਵਰ ਕਰਦੀ ਹੈ ਕਿ ਉਸ ਡਿਸਟੈਂਸ ਦੇ ਮੁਕਾਬਲੇ ਅਰਥ ਦਾ ਆਪਣਾ ਸਾਈਜ਼ ਬਿਕਮ ਵੈਰੀ ਸਮਾਲ। ਅਸੀਂ ਅਰਥ ਨੂੰ ਵੀ ਜਿਹੜਾ ਹੈ ਇੱਕ ਪੁਆਇੰਟ ਆਬਜੈਕਟ ਅਸੀਂ ਕੰਸੀਡਰ ਕਰ ਲੈਂਦੇ ਹਾਂ। ਮੰਨ ਲਓ ਵੀ ਸਾਡੇ ਕੋਲ ਇੱਕ ਅਸੀਂ ਟੇਬਲ ਤੇ ਹੈਗੇ ਆ, ਟੇਬਲ ਤੇ ਇੱਕ ਸਪੂਨ ਹੈ, ਉਹ ਸਪੂਨ ਜਿਹੜਾ ਹੈ ਟੇਬਲ ਤੋਂ ਥੱਲੇ ਡਿੱਗ ਪਿਆ। ਕੈਨ ਯੂ ਟੇਕ ਦਾ ਸਪੂਨ ਐਜ਼ ਪੁਆਇੰਟ ਆਬਜੈਕਟ? ਨੋ, ਅਸੀਂ ਸਪੂਨ ਨੂੰ ਪੁਆਇੰਟ ਆਬਜੈਕਟ ਨਹੀਂ ਲੈ ਸਕਦੇ ਕਿਉਂਕਿ ਜਿਹੜੀ ਉਹ ਹਾਈਟ ਕਿੰਨੀ ਕੁ ਹੁੰਦੀ ਹੈ ਟੇਬਲ ਦੀ, ਕਿਤੇ 2 ਮੀਟਰ ਉੱਚਾ ਹੈ ਤੇ ਉਹ ਸਾਈਜ਼ ਜਿਹੜਾ ਹੈ ਇਸ ਡਿਸਟੈਂਸ ਦੇ ਮੁਕਾਬਲੇ ਬਹੁਤਾ ਫਰਕ ਨਹੀਂ ਹੈ। ਅਸੀਂ ਸਪੂਨ ਨੂੰ ਪੁਆਇੰਟ ਆਬਜੈਕਟ ਨਹੀਂ ਕੰਸੀਡਰ ਕਰਾਂਗੇ ਕਿਉਂਕਿ ਜਿੰਨਾ ਉਹਨੇ ਡਿਸਟੈਂਸ ਕਵਰ ਕੀਤਾ ਇਹ ਬਹੁਤ ਜ਼ਿਆਦਾ ਨਹੀਂ ਹੈ। ਤੇ ਜੇ ਅਸੀਂ ਜਿਹੜਾ ਹੈ ਮਾਊਂਟ ਐਵਰੈਸਟ ਤੋਂ ਥੱਲੇ ਅਸੀਂ ਮੰਨ ਲਓ ਵੀ ਕੋਈ ਚੀਜ਼ ਸੁੱਟਦੇ ਹਾਂ ਤਾਂ ਕਿ ਉਸ ਆਬਜੈਕਟ ਨੂੰ ਅਸੀਂ ਪੁਆਇੰਟ ਆਬਜੈਕਟ ਲੈ ਸਕਦੇ ਹਾਂ? ਯੈਸ ਵੀ ਕੈਨ ਕੰਸੀਡਰ ਐਟ ਏ ਪੁਆਇੰਟ ਆਬਜੈਕਟ ਕਿਉਂਕਿ ਬਹੁਤ ਜਿਹੜੀ ਆ ਹਾਈਟ ਜ਼ਿਆਦਾ ਹੈ, 8800 ਜਿਹੜੀ ਹੈ 48 ਮੀਟਰ, ਇੰਨੀ ਜ਼ਿਆਦਾ ਹਾਈਟ ਹੈ ਉਹਦੇ ਮੁਕਾਬਲੇ ਉਸ ਆਬਜੈਕਟ ਦਾ ਜਿਹੜਾ ਸਾਈਜ਼ ਹੈ ਇਟ ਵਿਲ ਬਿਕਮ ਵੈਰੀ ਸਮਾਲ। ਦਿਸ ਇਜ਼ ਦਾ ਆਈਡੀਆ ਆਫ ਪੁਆਇੰਟ ਆਬਜੈਕਟ। ਅਸੀਂ ਜਦੋਂ ਵੀ ਫਿਜ਼ਿਕਸ ਵਿੱਚ ਕਿਸੇ ਵੀ ਆਬਜੈਕਟ ਨੂੰ ਰਿਪਰੈਜ਼ੈਂਟ ਕਰਨਾ ਹੈ ਤੇ ਅਸੀਂ ਜਿਹੜਾ ਹੈ ਉਹਦਾ ਐਕਚੁਅਲ ਸਾਈਜ਼ ਅਸੀਂ ਡਿਸਕਸ ਨਹੀਂ ਕਰਨਾ। ਅਸੀਂ ਜਸਟ ਕੀ ਕੰਸੀਡਰ ਕਰਾਂਗੇ? ਦ ਰੇਸ਼ੋ ਆਫ ਦੀ ਆਬਜੈਕਟ
with its measured quantity। ਉਹਦੀ ਰੇਸ਼ੋ ਦੇ ਅਕੋਰਡਿੰਗ ਸਾਨੂੰ ਪਤਾ ਲੱਗ ਜਾਏਗਾ ਕਿ ਉਹਦਾ ਜਿਹੜਾ ਸਾਈਜ਼ ਹੈ ਡਿਸਟੈਂਸ ਦੇ ਮੁਕਾਬਲੇ ਬਹੁਤ ਛੋਟਾ ਹੈ, ਅਸੀਂ ਉਸ ਆਬਜੈਕਟ ਨੂੰ ਇੱਕ ਪੁਆਇੰਟ ਦੇ ਨਾਲ ਜਿਹੜਾ ਹੈ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ। ਨਾਓ ਅੱਜ ਦੇ ਲੈਕਚਰ ਵਿੱਚ ਅਸੀਂ ਡਾਇਨਾਮਿਕਸ, ਕਾਈਨੈਮੈਟਿਕਸ, ਸਟੈਟਿਕਸ ਤੇ ਡਾਇਨਾਮਿਕਸ ਪ੍ਰੋਪਰ, ਰੈਸਟ ਤੇ ਮੋਸ਼ਨ, ਰੈਸਟ ਐਂਡ ਮੋਸ਼ਨ ਰਿਲੇਟਿਵ ਨੇ ਕਿ ਇਹ ਐਬਸੋਲੂਟ ਨੇ, ਤੇ ਆਈਡੀਆ ਆਫ ਇੱਕ ਜਿਹੜਾ ਹੈ ਪੁਆਇੰਟ ਆਬਜੈਕਟ ਬਾਰੇ ਆਪਾਂ ਜਿਹੜਾ ਹੈ ਡਿਸਕਸ ਕੀਤਾ। ਨਾਓ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਮੋਸ਼ਨ ਇਨ ਸਟ੍ਰੇਟ ਲਾਈਨ, that is motion in one dimension। ਫਿਰ ਅਸੀਂ motion in 2 dimension ਤੇ motion in 3 dimension। now next lecture ਜਿਹੜਾ ਹੈ ਉਸ ਤੋਂ ਪਹਿਲਾਂ ਤੁਸੀਂ ਇਹ ਕੁਝ ਡੈਫੀਨੇਸ਼ਨ ਜਿਹੜੀਆਂ ਨੇ ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਕਰੋ। ਆਈ ਹੋਪ ਕਿ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ।